श्री वाहिगुरु साहिब जी। हम अवगुण परे एक गुण नाही, अमृत छाड़ बिखै बिख खाई। माया मोह परम पै भूले, सुत दारा स्यों प्रीत लगाई। इक उत्तम पंथ सुनियो गुर संगत, तेह मिलंत जम त्रास मिटाई। इक अरदास पाठ की रत की, गुर रामदास राखो सरनाई। इक अरदास पाठ की रत की, गुर रामदास राखो सरनाई। वाहिगुरु साहिब जी। सुध सिपाह दुरंत दुबाह, सुसाज सनाह दुरजान दलेंगे। भारी गुमान परे मन में, कर पर्बत पंख हले न हलेंगे। तोर अरी न मरोर मवासन, माते मतंगन मान मलेंगे। श्रीपत श्री भगवान कृपा बिन, त्याग जहान निदान चलेंगे। श्रीपत श्री भगवान कृपा बिना, त्याग जहान निदान चलेंगे। वाहिगुरु जी का खालसा, वाहिगुरु जी की फतेह। छतर चवर तख्त दे मालिक साहिब सतगुरां दी पावन पवित्र हजूरी विच जुड़ बैठे सत संगी जनों, जिथे आसा जी दी वार बाणी दे कीर्तन आप जी ने हुणे श्रवण कीते, जुड़ बैठे हो इस वेले दसवें पातशाह सतगुरां दी उचारी बाणी तब प्रसाद सवैयां दी कथा श्रवण करन दे लई। ये अज आप जी ने पंजवां सवैया जो वो श्रवण किया है कि रहमतां मेरे पातशाह ने इहदे अंदर बख्शियां। ये विचारन दा अज आपां यतन करना है। सतगुरु रहमत करन, आप विच वर्त करके अपनी विचार करवा लैन। आप जी ने कृपा करनी, विचारां दी आरंभता तो पहला अपनियां मनोवृत्तियां नूं करो इकागर, रसना नूं करो पवित्र, दास नूं बख्शो असीस रूपी आग्या। करो गुरफतेह दी सांझ। वाहिगुरु जी का खालसा, वाहिगुरु जी की फतेह। अज दा ये पावन सवैया, क्योंकि पहले सवैयां दे अंदर जिथे गुरु पातशाह जी ने
ਧਰਮ ਨੂੰ ਚਲਾਉਣ ਵਾਲਿਆਂ ਦਾ ਜ਼ਿਕਰ ਕੀਤਾ, ਰਾਜਿਆਂ ਬਾਦਸ਼ਾਹਾਂ ਦਾ ਜ਼ਿਕਰ ਕੀਤਾ, ਕਰਮ ਕਾਂਡ ਕਰਕੇ ਉਸ ਰੱਬ ਨੂੰ ਪਾਉਣ ਵਾਲਿਆਂ ਦਾ ਜ਼ਿਕਰ ਵੀ ਕਰ ਦਿੱਤਾ। ਉੱਥੇ ਅੱਜ ਮੇਰੇ ਪਾਤਸ਼ਾਹ ਨੇ ਉਹਨਾਂ ਬਹਾਦਰ ਸਿਪਾਹੀਆਂ ਦਾ ਜ਼ਿਕਰ ਕੀਤਾ। ਬਲਵਾਨ, ਬਹਾਦਰ ਦੀ ਜਗ੍ਹਾ ਬਲਵਾਨ ਸ਼ਬਦ ਵਰਤੀਏ ਤੇ ਭਲਾ ਹੈ। ਉਹਨਾਂ ਬਲਵਾਨ ਸਿਪਾਹੀਆਂ ਦਾ ਜ਼ਿਕਰ ਕੀਤਾ, ਫੌਜ ਦਾ ਜ਼ਿਕਰ ਕੀਤਾ, ਜਿਹੜੇ ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਸਮਝਦੇ ਨੇ ਕਿ ਸਾਡੇ ਤੋਂ ਵੱਡਾ ਬਲਵਾਨ ਕੋਈ ਧਰਤੀ ਤੇ ਮੌਜੂਦ ਨਹੀਂ। ਉਹਨਾਂ ਦਾ ਜ਼ਿਕਰ ਅੱਜ ਆ ਗਿਆ, ਜਿਹੜੇ ਬੜੇ ਭਲੇ ਸਿਪਾਹੀ ਨੇ, ਸੋਧੇ ਹੋਏ ਸਿਪਾਹੀ ਹਨ। ਸੋਧੇ ਦਾ ਭਾਵ ਹੈ ਕਿ ਜਿਹੜੇ ਆਪਣੇ ਕੰਮ ਦੇ ਅੰਦਰ ਬਿਲਕੁਲ ਪ੍ਰਵੀਨ ਨੇ, ਬਿਲਕੁਲ ਮੁਹਾਰਤ ਹੈ ਉਹਨਾਂ ਨੂੰ। ਜੇ ਮੈਦਾਨੇ ਜੰਗ ਦੇ ਅੰਦਰ ਗੁਰੀਲਾ ਯੁੱਧ ਕਰਨ ਦਾ ਸਮਾਂ ਆ ਗਿਆ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਤਜਰਬਾ ਹੈ, ਨਿਪੁੰਨ ਹਨ ਬਿਲਕੁਲ। ਜੇ ਆਮਨੇ ਸਾਹਮਣੇ ਹੋ ਕੇ ਜੰਗ ਕਰਨ ਦੀ ਗੱਲ ਆਈ ਤੇ ਉਹਦੇ ਅੰਦਰ ਵੀ ਬਿਲਕੁਲ ਪ੍ਰਵੀਨ ਹਨ। ਸੁੱਧ ਸਿਪਾਹ ਸ਼ਬਦ ਹੈ ਅੱਜ ਪਹਿਲਾ। ਸੁੱਧ ਸਿਪਾਹ ਦਾ ਅਰਥ ਹੈ ਸੋਧੇ ਹੋਏ ਸਿਪਾਹੀ, ਜਿਨ੍ਹਾਂ ਨੂੰ ਜੰਗ ਦੇ ਮੈਦਾਨ ਦਾ ਪੂਰਾ ਗਿਆਨ ਹੈ, ਦੁਸ਼ਮਣ ਦੇ ਬਾਰੇ ਵੀ ਪਤਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਇੰਨੇ ਬਹਾਦਰ ਜਿਹੜੇ ਆਪਣੇ ਵੈਰੀਆਂ ਦੀਆਂ ਧੌਣਾਂ ਮਰੋੜਨ ਦੇ ਵੀ ਸਮਰੱਥ ਹਨ। ਇੰਨੇ ਬਹਾਦਰ ਸਿਪਾਹੀ ਜਿਹੜੇ ਆਕੀਆਂ ਨੂੰ ਸਬਕ ਸਿਖਾਉਣ ਦੇ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹਮੇਸ਼ਾ ਰਹਿੰਦੇ ਹਨ। ਕਮਾਲ ਕਰ ਦਿੱਤੀ ਗੁਰੂ ਸਾਹਿਬ ਜੀ ਨੇ। ਕਹਿੰਦੇ ਇੰਨੇ ਬਹਾਦਰ, ਇੰਨਾ ਗੁਮਾਨ ਉਹਨਾਂ ਦੇ ਮਨ ਦੇ ਅੰਦਰ ਭਰਿਆ ਪਿਆ ਏ। ਉਹ ਕਹਿ ਰਹੇ ਨੇ ਕਿ ਮੈਦਾਨੇ ਜੰਗ ਦੇ ਵਿੱਚੋਂ ਕੋਈ ਸਾਨੂੰ ਇੱਕ ਕਦਮ ਵੀ ਪਿੱਛੇ ਨਹੀਂ ਕਰਾ ਸਕਦਾ, ਇੱਕ ਕਦਮ ਵੀ ਨਹੀਂ। ਵੇਖੋ ਬੜੇ ਕਮਾਲ ਦੀ ਗੱਲ ਹੈ। ਇੰਨਾ ਗੁਮਾਨ ਮਨ ਦੇ ਅੰਦਰ ਭਰਿਆ ਪਿਆ ਕਿ ਅਸੀਂ ਇੰਨੇ ਬਹਾਦਰ ਯੋਧੇ ਹਾਂ ਕਿ ਮੈਦਾਨੇ ਜੰਗ ਦੇ ਵਿੱਚੋਂ ਇੱਕ ਕਦਮ ਵੀ ਅਸੀਂ ਪਿੱਛੇ ਨਹੀਂ ਪਟਾਂਗੇ। ਤੇ ਉਦਾਹਰਨਾਂ ਪਤਾ ਕੀ ਦਿੰਦੇ ਨੇ ਉਹ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਉਹ ਸੂਰਮੇ ਕਹਿ ਰਹੇ ਨੇ ਕਿ ਪਹਾੜ, ਅਸੀਂ ਕਹਿੰਦੇ ਨਾ ਪਹਾੜ ਕਦੇ ਹਿੱਲ ਨਹੀਂ ਸਕਦੇ। ਇਹ ਬਚਨ ਵੀ ਹੈ ਬਾਣੀ ਦੇ ਅੰਦਰ, ਤੂੰ ਮੇਰੋ ਮੇਰ ਪਰਬਤ ਸੁਆਮੀ, ਤੂੰ ਮੇਰਾ ਸੁਮੇਰ ਪਰਬਤ ਹੈ। ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਕਹਿੰਦੇ ਪਹਾੜ ਜਿਹੜੇ ਨੇ ਉਹ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਸਕਦੇ। ਪਰ ਇਹਨਾਂ ਸੂਰਮਿਆਂ ਨੇ ਆਖ ਦਿੱਤਾ, ਕਹਿੰਦੇ ਅਸੀਂ ਇੰਨੇ ਬਹਾਦਰ ਹਾਂ, ਉਹ ਪਹਾੜ ਤੇ ਭਾਵੇਂ ਖੰਭ ਲਾ ਕੇ ਉੱਡ ਜਾਣ ਪਰ ਸਾਨੂੰ ਕੋਈ ਮੈਦਾਨੇ ਜੰਗ ਚੋਂ ਹਿਲਾ ਨਹੀਂ ਸਕਦਾ। ਅੱਜ ਉਹਨਾਂ ਸਿਪਾਹੀਆਂ ਦਾ, ਸੂਰਮਿਆਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ। ਗੱਲ ਮੁੱਕਦੀ ਆ ਕੇ ਉੱਥੇ ਹੀ ਹੈ ਕਿ ਜੇ ਇੰਨੀ ਪਾਵਰ ਕੋਲ ਹੈ, ਇੰਨੀ ਤਾਕਤ ਕੋਲ ਹੈ ਤੇ ਪਰਮਾਤਮਾ ਦੀ ਬੰਦਗੀ ਕੋਲ ਨਹੀਂ ਤੇ ਜ਼ੀਰੋ ਹੀ ਰਹੇਗਾ, ਕੁਝ ਵੀ ਹਾਸਲ ਨਹੀਂ ਹੋਣਾ। ਗੱਲ ਉਹ ਹੀ ਹੈ। ਉਦਾਹਰਨਾਂ ਜਿਹੜੀਆਂ ਨੇ ਨਾ ਇਸ ਬਾਣੀ ਦੇ ਅੰਦਰ ਬੜੇ ਤਰਤੀਬ ਨਾਲ ਤੇ ਬੜੇ ਕਮਾਲ ਦੀਆਂ ਸਤਿਗੁਰਾਂ ਨੇ ਦਿੱਤੀਆਂ ਹਨ। ਜੇ ਉਹਨਾਂ ਸਿਪਾਹੀਆਂ ਦਾ ਜ਼ਿਕਰ ਕਰਨ ਲੱਗੇ ਤੇ ਬਹਾਦਰੀ ਦਾ ਜ਼ਿਕਰ ਵੀ ਬਾ ਕਮਾਲ ਕੀਤਾ ਤੇ ਮੇਰੇ ਪਾਤਸ਼ਾਹ ਨੇ ਫਿਰ ਜਾ ਕੇ ਬੋਲ ਅਖੀਰ ਤੇ ਕਹਿ ਦਿੱਤੇ, ਜੇ ਇੰਨੇ ਬਹਾਦਰ ਹੋ, ਜੇ ਇੰਨੇ ਵੱਡੇ ਸੂਰਮੇ ਹੋ, ਵੈਰੀਆਂ ਦਾ ਨਾਸ਼ ਕਰਨ ਦੀ ਸਮਰੱਥਾ ਹੈ ਤੁਹਾਡੇ ਅੰਦਰ, ਤੇ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਫਿਰ ਇੱਕ ਗੱਲ ਸਮਝ ਲਓ, ਇੰਨਾ ਕੁਝ ਹੋਣ ਦੇ ਬਾਵਜੂਦ ਜੇ ਪਰਮਾਤਮਾ ਦਾ ਨਾਮ ਨਹੀਂ ਤੇ ਸਮਝ ਲਓ ਫਿਰ ਪੱਲੇ ਕੱਖ ਵੀ ਨਹੀਂ। ਇਹਦਾ ਇੱਕ ਕਾਰਨ ਹੈ। ਮੈਂ ਇਤਿਹਾਸ ਤੇ ਗੁਰਬਾਣੀ ਦੇ ਵਿੱਚੋਂ ਉਦਾਹਰਨਾਂ ਅੱਜ ਬਹੁਤ ਜ਼ਿਆਦਾ ਨੇ, ਕਿਉਂਕਿ ਉਹ ਉਦਾਹਰਨ ਵੀ ਹੈ। ਇਹ ਤੇ ਪ੍ਰਵੀਨ ਨੇ, ਆ ਮੁਹਾਰਤ ਇਹਨਾਂ ਨੂੰ ਮੈਦਾਨੇ ਜੰਗ ਦੀ ਜੰਗ ਲੜ ਚੁੱਕੇ ਨੇ। ਪਰ ਮੈਂ ਤੇ ਉਹਨਾਂ ਦੇ ਵੱਲ ਵੀ ਵੇਖਿਆ ਜਿਹਦੇ ਉੱਪਰ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਹੋ ਗਈ, ਜਿਹਨੇ ਆਪਣੇ ਹੱਥ ਵਿੱਚ ਕਦੇ ਤਲਵਾਰ ਤੱਕ ਵੀ ਨਹੀਂ ਪਕੜੀ ਤੇ ਮੈਦਾਨੇ ਜੰਗ ਦੇ ਅੰਦਰ ਗੁਰੂ ਦੀਆਂ ਰਹਿਮਤਾਂ ਦੇ ਨਾਲ, ਡਾਂਗਾਂ ਦੇ ਨਾਲ ਹੀ ਵੱਡੇ ਵੱਡੇ ਯੋਧਿਆਂ ਨੂੰ ਮਾਰ ਮੁਕਾਇਆ।
ये नहीं कि ਜਿਹੜੇ मैदाने जंग के अंदर प्रवीण ने ਉਹੀ मैदाने जंग ਵਿੱਚ जा सकते हैं। हाँ, ये गल जरूर है कि जदों गुरु ग्रंथ साहब ने सूरमे का जिक्र किया ना, सूरमा, वो सूरमा है कौन, ये गल सानू समझ के अज चलना पएगा कि असल विच सिख धर्म के अनुसार, गुरबाणी के अनुसार सूरमा है कौन। इत्थे ते सिपाही का जिक्र है जिहड़ा अपने राजे लई लड़ रहा है, मरना है या मारना है, दो काम ने बस, तीजे काम का पता नहीं। पर साहब सच्चे पातशाह ने बाणी के अंदर जिक्र बड़े कमाल का किया, जदों आखिया ना गगन दमामा बाजिओ परिओ निशाना घाओ खेत जो मांडिओ, सूरमा कौन है, खेत जो मांडिओ सूरमा अब जूझन को दाओ। फिर अगे अगले बोल कौन है सूरमा, मेरे बाबे ने आख्या कहंदे सूरा सो पहचानिया, की पछाण है सूरे की, पहचान की है, सूरा सो पहचानिया जो लरै, आ बड़ी वड्डी पछाण है, लरै दीन के हेत। इत्थे सूरमा उन्होंने नहीं कहा गया गुरबाणी के अंदर जिहड़ा किसी दूजे की जमीन जितण दे वास्ते सूरमा बनया है, राज जितण दे वास्ते सूरमा बनया है, धन दौलत लुटण दे वास्ते सूरमा बन गया, नहीं। मेरे बाबे ने आख्या कि धर्मी सूरमा वो है, सूरा सो पहचानी है जो लरै दीन के हेत, पुरजा पुरजा कट मरै। पर एक गल होर उहदी सिफत कीती, कहंदे ओ पुरजा पुरजा कट मरै है, पर नाल ये भी गल है कि कबहू न छाडै खेत। खेत मैदाने जंग नूं खेत कहा गया इत्थे। असल सूरमा वो है जिहड़ा दीन दे वास्ते मैदाने जंग विच आउंदा है, पुरजा पुरजा कट्टण दे वास्ते तैयार है। गल उही है इत्थे अज मेरे पातशाह ने आख्या कर परबत पंख हलै, इत्थे विश्राम है इहदा। ये जे अर्थ तुसी करने ने ना तो रुकना पएगा। कर परबत पंख हलै, कहंदे परबत पहाड़ ते खंभ ला के उड़ सकते ने, ना हलैंगे पर वो सूरमिਆਂ दे पैर मैदाने जंग चों हिल नहीं सकते, उन्हां दे पैर नहीं हिल सकते, एडे सूरमे ने। पर एक गल होर मैं कह के फिर इस पासे नूं मुड़ांगा। एक उदाहरण गुरबाणी ने सूरमे की होर भी दिती है, जां ये कह लईए कि सूरमा की है, ये सानूं समझाउण दा उन्हां यतन कीता। कहते मेरे वर्गा कोई बंदा जिन्हें तन के उपर संजो भी पा लिया, ढाल भी पिछे पिठ ते बन लई, कृपान भी लै लई, तैयार बर तैयार है, वेखण विच लगदा है सूरमा है। इवें ही है ना, देखण च लग रहा है कि बड़ा वड्डा सूरमा है, मैदाने जंग विच जाके दुश्मन दे आऊ ला देगा, इवें ही है ना। पर असलीयत की है, ये बाणी दा बचन मैं तुहाडे नाल साझा कर रहा। गुरु साहब ने आख्या भलिओ इहो जिहा बंदा तैयार बर तैयार है, शस्त्र सजाए ने, पर जदों सामने मैदाने जंग दिसिया ते मन डर नाल कंब गया ते वो सूरमा नहीं जे। फिर इहदी उदाहरण पता किहदे नाल दित्ती, तुलना किहदे नाल कीती गुरु साहब ने। कहंदे एक औरत दा पति चढ़ाई कर गया, स्वर्गवास हो गया। वो चढ़ाई कर गया ते रस्म ये है कि औरत नूं अपने पति नाल चिखा विच सड़ना पएगा, ये कहंदे रस्म है। हुण तैयार है सड़न दे वास्ते, उदाहरण दित्ती, कहंदे वो सड़न दे वास्ते तैयार भी है, पर जे उही औरत सती होण तो पहलां अपने घर दे भांडे सांभदी फिरे तो कदे सती नहीं हो सकती। उन्होंने पता है मैं मरना है, तो घर के भांडे कौलियां सांभदी फिरे, कौली गवांढियां घरे गई सी मंग लिया वा, वो सती नहीं हो सकती। पातशाह ने बचन बड़े कमाल दे कहे ने, आख्या सूर के सन्मुख रण ते डर पै। सूर के वो सूरमा कांदा सन्मुख रण ते डर पै, जिहड़ा सामने मैदाने जंग नूं वेख के डर गया, वो सूरमा नहीं है। सूर के सन्मुख रण ते डर पै, सती के सांचै भांडे। वो सती कांदी जिहड़ी सती होण तो पहलां घर दे भांडे ढींडे इकट्ठी करदी फिरे। सूरमे की डेफिनेशन गुरबाणी ने बड़े कमाल, सिख धर्म के अनुसार
ਸੂਰਮਾ ਉਹ ਕਦੇ ਨਹੀਂ ਮੰਨਿਆ ਗਿਆ ਜਿਹੜਾ ਦੂਜੇ ਤੇ ਜ਼ੁਲਮ ਕਰਨ ਲਈ ਸੂਰਮਾ ਬਣ ਰਿਹਾ ਹੈ, ਜਿਹੜਾ ਦੂਜੇ ਦੀ ਜ਼ਰ ਜ਼ੋਰੂ ਜ਼ਮੀਨ ਦੇ ਵਾਸਤੇ ਸੂਰਮਾ ਬਣ ਰਿਹਾ। ਇੱਥੇ ਸੂਰਮਾ ਮੇਰੇ ਪਾਤਸ਼ਾਹ ਨੇ ਉਹਨੂੰ ਆਖਿਆ ਜਿਹੜਾ ਲੜੈ ਦੀਨ ਕੇ ਹੇਤ ਹੈ। ਇੱਥੇ ਸੂਰਮਾ ਮੇਰੇ ਬਾਬੇ ਨੇ ਉਹਨਾਂ ਨੂੰ ਆਖਿਆ ਜਿਹੜਾ ਪੁਰਜਾ ਪੁਰਜਾ ਕੱਟ ਮਰੇ। ਅੱਛਾ, ਇੱਕ ਗੱਲ ਹੋਰ ਮੈਂ ਬੇਨਤੀ ਕਰਾਂ ਕਿ ਉਹ ਸੂਰਮੇ ਨਹੀਂ ਜਿਨ੍ਹਾਂ ਆਪਣਾ ਬੰਦ ਕਟਵਾ ਦਿੱਤਾ। ਅਸੀਂ ਕਵਾਂਗੇ ਤਲਵਾਰ ਲੈ ਕੇ ਤੇ ਨਹੀਂ ਲੜੇ, ਮਤਲਬ ਉਸ ਵੇਲੇ ਦੀ ਗੱਲ ਕਰ ਰਹੇ ਹਾਂ, ਪਰ ਬੰਦ ਕਟਵਾਇਆ ਉਹਨਾਂ ਤੋਂ ਵੱਡਾ ਸੂਰਮਾ ਕੌਣ ਹੋ ਸਕਦਾ ਹੈ? ਜਿਨ੍ਹਾਂ ਜਿਹੜੇ ਚਰਖੜੀਆਂ ਤੇ ਚੜ ਗਏ, ਜਿਹੜੇ ਆਰਿਆਂ ਨਾਲ ਚੀਰ ਕੇ 2 ਫਾੜ ਕਰ ਦਿੱਤੇ ਗਏ, ਉਹਨਾਂ ਤੋਂ ਵੱਡਾ ਸੂਰਮਾ ਕੌਣ ਹੋ ਸਕਦਾ ਹੈ? ਬੜੀਆਂ ਇਹੋ ਜਿਹੀਆਂ ਸਜ਼ਾਵਾਂ ਸਿੱਖ ਧਰਮ ਦੇ ਅੰਦਰ ਮੈਂਸ਼ਨ ਕੀਤੀਆਂ ਗਈਆਂ ਜਿਹੜੀਆਂ ਸਿੱਖਾਂ ਨੂੰ ਦਿੱਤੀਆਂ ਗਈਆਂ ਨੇ। ਉਹ ਸਜ਼ਾਵਾਂ ਹੱਸ ਕੇ ਜ਼ਰ ਲੈਣ ਵਾਲੇ ਵੀ ਸੂਰਮੇ ਹਨ। ਸਿਰਫ ਇਹ ਨਹੀਂ ਕਿ ਸੁੱਧ ਸਿਪਾਹ ਦੁਰੰਤ ਦਬਾ, ਸੁਸਾਜ ਸਨਾ ਦੁਰਜਾਨ ਦਰਾਂਗੇ। ਸੁਸਾਜ ਸਨਾ ਸੇ ਆਪਣੇ ਤਨ ਦੇ ਉੱਪਰ ਸੰਜੋ ਪਾ ਲਿਆ ਤੇ ਵੈਰੀਆਂ ਨੂੰ ਦਲਣ ਲੱਗ ਪਏ। ਦੁਰਜਨ ਵੈਰੀ ਨੂੰ ਦਲਣ ਲੱਗ ਪਏ ਤੇ ਉਹੀ ਸੂਰਮੇ ਨੇ? ਨਹੀਂ, ਇਹ ਨਹੀਂ। ਸੂਰਮਾ ਕੌਣ ਹੈ? ਜਦੋਂ ਭੰਗਾਣੀ ਦਾ ਜੰਗ ਹੋਇਆ ਨਾ, ਮੈਂ ਪਹਿਲਾਂ ਇਹ ਉਦਾਹਰਣ ਦੇ ਕੇ ਦੂਜੇ ਪਾਸੇ ਆਵਾਂਗਾ ਕਿ ਸੂਰਮਾ ਕੌਣ ਹੈ। ਭੰਗਾਣੀ ਦਾ ਜੰਗ ਹੋਇਆ, ਹੁਣ 500 ਦੇ ਕਰੀਬ ਪਠਾਨ ਨੇ ਗੁਰੂ ਸਾਹਿਬ ਦੇ ਕੋਲ, ਤਨਖਾਹ ਤੇ ਨੇ ਉਹ 500। ਹੁਣ ਜਿਹੜੇ ਤਨਖਾਹ ਤੇ ਹਨ ਤੇ ਜਿਹਦੇ ਕੋਲੋਂ ਪੈਸੇ ਲੈ ਰਹੇ ਆ, ਸਾਨੂੰ ਕੰਮ ਵੀ ਉਹਦਾ ਹੀ ਕਰਨਾ ਪਏਗਾ ਨਾ, ਇਵੇਂ ਹੀ ਹੈ। ਜਦੋਂ ਜੰਗ ਨੇੜੇ ਆ ਗਈ ਨਾ, ਇੱਕ ਪਾਸੇ 22 ਧਾਰ ਦੇ ਰਾਜੇ, ਇੱਕ ਪਾਸੇ ਗੁਰੂ ਗੋਬਿੰਦ ਸਿੰਘ, ਜਦੋਂ ਜੰਗ ਦਾ ਸਮਾਂ ਨੇੜੇ ਆ ਗਿਆ ਤੇ ਇਹ ਜਿਹੜੇ 500 ਪਠਾਨ ਸਨ ਇਹ ਦੌੜ ਕੇ ਦੁਸ਼ਮਣ ਨਾਲ ਰਲ ਗਏ। 500 ਪਠਾਨ ਤੇ ਜਾ ਕੇ ਪਤਾ ਕੀ ਕਹਿ ਰਹੇ ਨੇ ਉਹਨਾਂ ਨੂੰ, 22 ਧਾਰ ਦੇ ਰਾਜਿਆਂ ਨੂੰ, ਕਹਿੰਦੇ ਡਰੋ ਨਾ ਤੁਸੀਂ। ਗੁਰੂ ਗੋਬਿੰਦ ਸਿੰਘ ਕੋਲ ਗਿਣਤੀ ਏ ਪਰ ਫੌਜ ਨਹੀਂ ਹੈ। ਉਹ ਕਹਿੰਦੇ ਕਿਉਂ? ਹੁਣ ਉਹਨਾਂ ਦੇ ਜਿਹੜੇ ਵਰਡ ਹਨ ਜੋ ਇਤਿਹਾਸਕਾਰਾਂ ਨੇ ਲਿਖੇ ਨੇ, ਉਹ ਕਹਿੰਦੇ ਡਰੋ ਨਾ। 22 ਧਾਰ ਦੇ ਰਾਜਿਆਂ ਨੂੰ ਕਹਿੰਦੇ ਡਰੋ ਨਾ, ਗੁਰੂ ਗੋਬਿੰਦ ਸਿੰਘ ਕੋਲ ਜੁੱਤੀਆਂ ਗੰਢਣ ਵਾਲੇ ਨੇ, ਗੁਰੂ ਗੋਬਿੰਦ ਸਿੰਘ ਕੋਲ ਘਾਹ ਫੂਸ ਖੋਤਣ ਵਾਲੇ ਨੇ ਜਿਹੜੇ ਰੰਬੀ ਚਲਾਉਂਦੇ ਨੇ ਕੱਲੀ, ਗੁਰੂ ਗੋਬਿੰਦ ਸਿੰਘ ਕੋਲ ਪੱਠੇ ਵੱਢਣ ਵਾਲੇ ਨੇ, ਗੁਰੂ ਗੋਬਿੰਦ ਸਿੰਘ ਕੋਲ ਉਹ ਬੜੀਆਂ ਛੋਟੀਆਂ ਜਾਤਾਂ ਦੇ ਲੋਕ ਜਿਹੜੇ ਨੇ ਉਹ ਬੈਠੇ ਨੇ ਜਿਨ੍ਹਾਂ ਕਿਰਪਾਨ ਕਦੇ ਵੇਖੀ ਨਹੀਂ ਤੇ ਚਲਾਉਣੀ ਬੜੀ ਦੂਰ ਦੀ ਗੱਲ ਹੈ। ਸੂਰਮਾ ਦੱਸ ਰਿਹਾ ਕੌਣ ਹੈ? ਇਹ ਜਾ ਕੇ ਕਹਿ ਰਹੇ ਨੇ ਉਹਨਾਂ ਨੂੰ ਕਿ ਡਰੋ ਨਾ, ਗੁਰੂ ਗੋਬਿੰਦ ਸਿੰਘ ਤੇ ਆਪਾਂ ਇੱਦਾਂ ਇੱਕ ਪਲ ਦੇ ਵਿੱਚ ਹਰਾ ਕੇ ਪਾਸੇ ਮਾਰਨਾ। ਉਹ ਕਹਿੰਦੇ ਤੁਸੀਂ ਕਿਉਂ ਆਏ? ਕਹਿੰਦਾ ਵੀ ਅਸੀਂ ਬੜੇ ਵੱਡੇ ਸੂਰਮੇ ਆ, 500 ਗਿਣਤੀ ਸਾਡੀ, ਅਸੀਂ ਤੁਹਾਡੇ ਤੋਂ ਪੈਸੇ ਨਹੀਂ ਮੰਗਦੇ, ਬਸ ਸਾਨੂੰ ਇੰਨੀ ਕੁ ਇਜਾਜ਼ਤ ਦੇ ਦਿਓ ਜਦੋਂ ਤੁਸੀਂ ਜਿੱਤ ਗਏ ਤੇ ਅਸੀਂ ਪਾਉਂਟਾ ਸਾਹਿਬ ਨੂੰ ਰੱਜ ਕੇ ਲੁੱਟਣਾ ਹੈ। ਪਤਾ ਹੈ ਵੀ ਉੱਥੇ ਧਨ ਦੌਲਤ ਗੁਰੂ ਕੋਲ ਬੜੀ ਹੈ, ਸਾਨੂੰ ਲੁੱਟਣ ਦੀ ਇਜਾਜ਼ਤ ਦੇ ਦਿੱਤੀ ਜਾਏ। ਹੁਣ ਇਹ ਵੀ ਤੇ ਸੂਰਮੇ ਬਣੇ ਨੇ ਨਾ, ਵੇਖੋ ਫਰਕ ਕੀ ਹੈ ਸੂਰਮੇ ਦਾ। ਇਹ 500 ਪਠਾਨ 20 ਯੋਧੇ ਨੇ, ਬੜੇ ਬਲਵਾਨ, ਬੜੇ ਵੱਡੇ ਸੂਰਮੇ ਨੇ ਕਿ ਸਾਡੇ ਤੋਂ ਬਿਨਾਂ ਅਸੀਂ ਜਿੱਧਰ ਹੋ ਗਏ ਜੰਗ ਉੱਧਰ ਹੋ ਗਿਆ, ਉੱਧਰ ਜਿੱਤ ਹੋ ਗਈ। ਕਹਿੰਦੇ ਠੀਕ ਹੈ ਜੀ। ਭੰਗਾਣੀ ਦਾ ਅਸਥਾਨ ਗੁਰੂ ਸਾਹਿਬ ਨੇ ਜੰਗ ਲਈ ਚੁਣਿਆ ਸੀ। ਭੰਗਾਣੀ ਦੀ ਜਿਹੜੀ ਜਗ੍ਹਾ ਸੀ ਉਹ ਤੁਸੀਂ ਕਿਤੇ ਜਾਓ ਦਰਸ਼ਨ ਕਰੋ। ਤੇ ਕੁਦਰਤੀ ਮੈਂ ਬੇਨਤੀ ਆਮ ਕਰਦਾ ਹੁੰਦਾ ਕਿ ਜਦੋਂ ਕਿਤੇ ਦੀਦਾਰ ਕਰਨ ਜਾਓ ਤੇ ਪਿਕਨਿਕ ਦੀ ਤਰ੍ਹਾਂ ਨਾ ਜਾਇਆ ਕਰੋ, ਇਤਿਹਾਸਕਾਰ ਬਣ ਕੇ ਜਾਇਆ ਕਰੋ। ਅਸੀਂ ਪਿਕਨਿਕ ਮਨਾਉਣ ਲਈ ਜਾਂਦੇ ਹਾਂ, ਇਤਿਹਾਸਕਾਰ ਬਣਨ ਲਈ ਨਹੀਂ ਜਾਂਦੇ। ਤੁਸੀਂ ਭੰਗਾਣੀ ਦੇ ਅਸਥਾਨ ਤੇ ਜਾਓਗੇ ਤੇ ਪਤਾ ਲੱਗੇਗਾ ਗੁਰੂ ਸਾਹਿਬ ਨੇ ਉਹ ਅਸਥਾਨ ਕਿਉਂ ਚੁਣਿਆ। ਕਿੰਨੇ ਵੱਡੇ ਸੂਰਮੇ ਸਨ, ਕਿੰਨਾ ਗਿਆਨ ਸੀ ਉਹਨਾਂ ਨੂੰ। ਇਹ ਜਗ੍ਹਾ ਉੱਚੀ ਏ ਤੇ ਦੁਸ਼ਮਣ ਸਾਹਮਣੇ ਤੋਂ ਆ ਰਿਹਾ, ਉਹ ਨੀਵੀਂ ਥਾਂ ਤੇ ਨੇ। ਜੰਗ ਆਮਣੇ ਸਾਹਮਣੇ ਦਾ, ਪਰ ਉੱਚੇ ਵਾਲੇ ਨੂੰ ਫਾਇਦਾ ਬੜਾ ਹੁੰਦਾ ਜੇ। ਤੁਹਾਡਾ ਤੀਰ ਉੱਪਰੋਂ ਥੱਲੇ ਗੋਲੀ ਦੀ ਤਰ੍ਹਾਂ ਜਾਏਗਾ ਤੇ ਗੋਲੀ ਰਾਕਟ ਦੀ ਤਰ੍ਹਾਂ ਜਾਏਗੀ। ਭੰਗਾਣੀ ਦੇ ਅਸਥਾਨ ਤੇ ਜੰਗ ਹੋਇਆ। ਇੱਥੇ ਇੱਕ ਸਾਧੂ ਦਾ ਜ਼ਿਕਰ ਆਉਂਦਾ ਹੈ, ਨਿਰਮਲੇ ਸਾਧੂ ਦਾ ਨਾਮ, ਕਿਉਂਕਿ ਅਸਥਾਨ ਵੀ ਬਣਿਆ ਉਸ ਜਗ੍ਹਾ ਤੇ। ਅੱਜ ਵੀ ਉਹਨਾਂ ਦੀ ਯਾਦ ਵਿੱਚ ਇੱਕ ਪੱਥਰ ਦੀ ਸਿਲ ਵੀ ਪਈ, ਉੱਥੇ ਦਰਸ਼ਨ ਕਰਨ ਜਾਓਗੇ ਨਾ
ਜਿਹਦੇ ਤੇ ਬੈਠ ਕੇ ਉਹ ਬੰਦਗੀ ਕਰਦਾ ਸੀ ਉਹ ਸਾਧੂ, ਉੱਥੇ ਉਨੀ ਜਗ੍ਹਾ ਜਿੰਨੀ ਚੌਂਕੜੀ ਮਾਰ ਕੇ ਬੈਠੀ ਉਹ ਛਪੀ ਹੋਈ ਹੈ ਪੱਥਰ ਦੇ ਉੱਪਰ। ਭਾਵ ਇੰਨੀ ਬੰਦਗੀ ਸੀ, ਦਿਨ ਰਾਤ ਉਹਦੇ ਤੋਂ ਉੱਠਦਾ ਹੀ ਨਹੀਂ ਸੀ ਉਹ। ਪੱਥਰ ਵੀ ਉਨੀ ਜਗ੍ਹਾ ਤੋਂ ਧੱਸ ਗਿਆ, ਬੈਠ ਗਿਆ। ਹੁਣ ਧਿਆਨ ਦਿਆ ਜੇ, ਇਹ ਸੰਨਿਆਸੀ ਹੈ ਕਿਰਪਾਲ ਚੰਦ, ਜਿਹਨੇ ਅੱਜ ਤੱਕ ਕਦੇ ਕਿਰਪਾਨ ਵੇਖੀ ਨਹੀਂ ਹੱਥ 'ਚ ਫੜ ਕੇ। ਜੰਗ ਸ਼ੁਰੂ ਹੋ ਗਿਆ, ਹਯਾਤ ਖਾਂ ਆ ਗਿਆ ਉੱਧਰੋਂ, ਇਹਨਾਂ ਪਠਾਣਾਂ ਦਾ ਸਰਦਾਰ ਹੈ, ਬੜਾ ਵੱਡਾ ਸੂਰਮਾ ਹੈ ਹਯਾਤ ਖਾਂ। ਕਹਿੰਦੇ ਜਦੋਂ ਮੈਦਾਨੇ ਜੰਗ ਵਿੱਚ ਹਯਾਤ ਖਾਂ ਆਇਆ, ਆਪਣੇ ਘੋੜੇ ਦੇ ਉੱਪਰ ਚੜ੍ਹਿਆ ਏ ਤੇ ਸਿੱਖਾਂ ਦੇ ਆਊ ਲਾਉਂਦਾ ਆ ਰਿਹਾ, ਸਿੱਖ ਵੱਢਦਾ ਆ ਰਿਹਾ ਸਿੱਖਾਂ ਨੂੰ। ਹੁਣ ਇਹ ਮਹੰਤ ਵੇਖਦਾ ਪਿਆ, ਭਗਵੇਂ ਕੱਪੜੇ ਪਾਏ ਨੇ ਤਨ 'ਤੇ। ਭਗਵੇਂ ਕੱਪੜੇ ਸਮਝਦੇ ਹੋ ਨਾ, ਅੱਜ ਜਿੰਨੇ ਵੀ ਭਗਵੇਂ ਕੱਪੜੇ ਪਾਏ ਨਾ ਜਿੰਨੇ, ਉਹਨੂੰ ਕਹਿ ਦਿੱਤਾ ਜਾਂਦਾ ਹੈ ਸਿੱਖੀ ਦਾ ਦੁਸ਼ਮਣ ਹੈ। ਅਸੀਂ ਕੱਪੜਿਆਂ ਤੋਂ ਸਿੱਖ ਦੀ ਪਛਾਣ ਕਰਨ ਲੱਗ ਪਏ ਹਾਂ। ਸੱਚਾਈ ਇੱਕ ਸਾਡੀ, ਇਸ ਤੋਂ ਵੱਡੀ ਕੀ ਗਿਰਾਵਟ ਹੋ ਸਕਦੀ ਹੈ ਸਾਡੀ, ਕਿ ਅਸੀਂ ਕੱਪੜੇ ਪਾਇਆਂ ਤੋਂ ਵੇਖ ਕੇ ਪਛਾਣ ਕਰਦੇ ਹਾਂ ਵੀ ਇਹ ਸਿੱਖ ਹੈ ਜਾਂ ਨਹੀਂ। ਭਗਵੇਂ ਕੱਪੜੇ ਉਹਨੇ ਪਾਏ। ਕਹਿੰਦੇ ਜਦੋਂ ਹਯਾਤ ਖਾਂ ਵੱਲ ਵੇਖਿਆ ਨਾ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੋਲ ਕਹੇ, ਕਹਿੰਦੇ ਕਿਰਪਾਲ ਮਹੰਤ ਦੇ ਅੰਦਰ ਗੁੱਸਾ ਬੜਾ ਆ ਗਿਆ, ਰੋਹ ਆ ਗਿਆ, ਵੀਰ ਰਸ ਦੇ ਅੰਦਰੋਂ ਤਬਦੀਲ ਹੋਇਆ ਹਯਾਤ ਖਾਂ ਨੂੰ ਵੇਖ ਕੇ। ਇਹਦੇ ਕੋਲ ਡਾਂਗ ਸੀ, ਇੱਕ ਕੁਤਕਾ ਸ਼ਬਦ ਵਰਤਿਆ, ਕੁਤਕਾ। ਉਹ ਘੋੜੇ 'ਤੇ ਸਵਾਰ ਹੈ, ਤਲਵਾਰ ਉਹਦੇ ਹੱਥ ਵਿੱਚ, ਸਿੱਖਾਂ ਦੇ ਆਊ ਲਾਉਂਦਾ ਆ ਰਿਹਾ ਹੈ। ਕਹਿੰਦੇ ਜਦੋਂ ਜਿਵੇਂ ਉਹ ਨੇੜੇ ਆਉਂਦਾ ਜਾਂਦਾ ਨਾ, ਡਾਂਗ 'ਤੇ ਹੱਥ ਦਾ ਹੋਰ ਕੱਸਿਆ ਜਾਂਦਾ ਪਿਆ। ਤੇ ਜਦੋਂ ਉਹ ਨੇੜੇ ਆਇਆ ਨਾ, ਇਹਨੇ ਛਾਲ ਮਾਰੀ ਤੇ ਡਾਂਗ ਹਯਾਤ ਖਾਂ ਦੇ ਸਿਰ ਵਿੱਚ ਮਾਰੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਉਹਦੇ ਸਿਰ ਖਿਲਰ ਗਿਆ, ਮਿੱਝ ਖਿਲਰ ਗਈ, ਉੱਡ ਗਈ ਆਸੇ ਪਾਸੇ। ਹੁਣ ਇਹ ਕੋਈ ਸੂਰਮਾ ਤੇ ਨਹੀਂ ਸੀ, ਇਹਨੇ ਤਨ ਦੇ ਉੱਪਰ ਸੰਜੋਤ ਹੀ ਨਹੀਂ ਪਾਇਆ ਸੀ ਕੋਈ, ਨਾ ਹੱਥ ਵਿੱਚ ਤਲਵਾਰ, ਨਾ ਪਤਾ ਮੈਦਾਨੇ ਜੰਗ ਵਿੱਚ ਜੰਗ ਕਿਵੇਂ ਕਰੀਗਾ। ਪਰ ਗੁਰੂ ਦੀਆਂ ਰਹਿਮਤਾਂ ਜਿਹਨੇ ਲੈ ਲਈਆਂ, ਉਹ ਵੱਡੇ ਵੱਡੇ ਯੋਧਿਆਂ ਨੂੰ ਵੀ ਸੱਟਣ ਦੀ ਸਮਰੱਥਾ ਰੱਖਦਾ ਨੇ। ਅਸਲੀਅਤ ਹੈ। ਗੁਰੂ ਸਾਹਿਬ ਨੇ ਬਚਨ ਕਹੇ ਨੇ, ਕਿਰਪਾਲ ਕੋਪਿਅੰ ਕੁਤ ਕੋ ਸੰਭਾਰੀ, ਹਠੀ ਹਯਾਤ ਖਾਂ ਕੈ ਸੀਸ ਝਾਰੀ। ਹਠੀ ਹਯਾਤ ਖਾਂ, ਉਹਦੇ ਸਿਰ ਵਿੱਚ ਮਾਰੀ ਡਾਂਗ। ਉਦਾਹਰਨ ਬੜੇ ਕਮਾਲ ਦੀ ਗੁਰੂ ਸਾਹਿਬ ਨੇ ਦਿੱਤੀ। ਕਹਿੰਦੇ ਜਦੋਂ ਕ੍ਰਿਸ਼ਨ ਮੱਖਣ ਦੀ ਮਟਕੀ ਫੋੜਦਾ ਸੀ, ਉਹ ਥੱਲੇ ਡਿੱਗਦੀ ਸੀ ਮਟਕੀ, ਤੇ ਮੱਖਣ ਇੱਦਾਂ ਉਛਲ ਕੇ ਬਾਹਰ ਡਿੱਗਦਾ ਸੀ। ਤੇ ਹਯਾਤ ਖਾਂ ਦੇ ਸਿਰ ਦੀ ਮਿੱਝ ਵੀ ਕਹਿੰਦੀ ਉਵੇਂ ਬਾਹਰ ਨਿਕਲੀ। ਹੁਣ ਇੱਥੇ ਧਰਮ ਅਬਰ ਵਾਸਨਾ ਨਾਹਿ ਤੈ ਧਰਮ ਜੁੱਧ ਕੈ ਚਾਏ ਹੈ। ਅਸਲ ਵਿੱਚ ਸੂਰਮਾ ਇਹ ਹੈ ਗੁਰਬਾਣੀ ਦੇ ਅਨੁਸਾਰ, ਜਿਹਦੇ ਮਨ ਦੇ ਅੰਦਰ ਧਰਮ ਯੁੱਧ ਦਾ ਚਾਅ ਹੈ। ਗੁਰਬਾਣੀ ਅਨੁਸਾਰ ਸੂਰਮਾ ਕੌਣ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ। ਸਾਹਿਬਾਂ ਨੇ ਆਖਿਆ ਕਿ ਸੂਰਮਾ ਉਹ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਹੈ ਕਿ ਮੇਰੀ ਦੇਹ ਜਿਹੜੀ ਹੈ ਖਤਮ ਹੋ ਜਾਣੀ, ਇੱਕ ਦਿਨ ਨਾਸ਼ ਹੋ ਜਾਏਗੀ। ਤੇ ਸੂਰਮਾ ਕੌਣ ਹੈ? ਜਿਹਦੇ ਮੁੱਖ ਤੇ ਪਰਮਾਤਮਾ ਦਾ ਨਾਮ ਤੇ ਚਿੱਤ ਦੇ ਅੰਦਰ ਯੁੱਧ ਹੈ। ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ, ਉਹ ਸੂਰਮਾ ਹੈ। ਮੁੱਖ ਤੇ ਹਰ ਬੰਦਗੀ ਵੀ ਹੈ, ਚਿੱਤ ਮੈਂ ਯੁੱਧ ਵਿਚਾਰ ਹੈ। ਤੇ ਵੇਖੋ ਸਿੱਖ ਜਦੋਂ ਮੈਦਾਨੇ ਜੰਗ ਵਿੱਚ ਜੰਗ ਕਰਦੇ ਸਨ ਨਾ ਸਿੱਖ, ਤੇ ਸਿੱਖਾਂ ਨੂੰ ਇਹ ਆਦਤ ਨਹੀਂ ਆਪਾਂ ਕਹਿ ਸਕਦੇ, ਉਹਨਾਂ ਦਾ ਪ੍ਰੇਮ ਸੀ, ਭਾਵਨਾ ਸੀ। ਇੱਕ ਮੈਦਾਨੇ ਜੰਗ ਵਿੱਚ ਤਲਵਾਰ ਚਲਾਉਂਦੇ ਨੇ ਤੇ ਨਾਲ ਨਾਲ ਜਾਪ ਸਾਹਿਬ ਦੀ ਬਾਣੀ ਵੀ ਪੜ੍ਹਦੇ ਨੇ। ਇੱਕ ਬੰਦ ਇੱਕ ਨੇ ਪੜ੍ਹਿਆ, ਉਹ ਤਲਵਾਰ ਚਲਾ ਰਿਹਾ, ਦੁਸ਼ਮਣ ਨਾਲ ਲੜ ਰਿਹਾ, ਤੇ ਦੂਜੇ ਨੇ ਦੂਜਾ ਬੰਦ ਚੱਕ ਲਿਆ, ਸ਼ੁਰੂ ਕਰ ਲਿਆ। ਵੇਖੋ ਕਿੰਨਾ ਪਿਆਰ ਸੀ। ਮੈਦਾਨੇ ਜੰਗ ਵਿੱਚ ਵੀ ਬਾਣੀ ਤੋਂ ਪਿੱਛੇ ਨਹੀਂ ਹਟਦੇ ਸਨ। ਹੁਣ ਜਿਹੜੇ ਬਚਨ ਅੱਜ ਸਤਿਗੁਰਾਂ ਨੇ ਇੱਥੇ ਕਹੇ ਨੇ ਨਾ, ਸੁਧ ਸਿਪਾਹ ਦਰੰਤ ਦਬਾ। ਵੈਸੇ ਇੱਕ ਉਦਾਹਰਨ ਮੈਂ ਹੋਰ ਦੇ ਕੇ ਸਮਾਪਤੀ ਕਰਾਂ। ਇਹ ਹੰਕਾਰ ਜਿਹੜਾ ਹੈ ਨਾ, ਇਹ ਪੈਂਦੇ ਖਾਂ ਦੇ ਮਨ ਦੇ ਅੰਦਰ ਵੀ ਸੀ ਕਿ ਕਰ ਪਰਬਤ ਪੰਖ ਹਲੈ ਨਾ ਹਲਾਂਗੇ, ਕਿ ਮੈਂ ਮੈਦਾਨੇ ਜੰਗ ਵਿੱਚ ਖੜਾ ਹੋ ਜਾਵਾਂ, ਮੈਂ ਪਿੱਛੇ ਨਹੀਂ ਹਟਾਂਗਾ, ਪਹਾੜ ਭਾਵੇਂ ਖੰਭ ਲਾ ਕੇ ਉੱਡ ਜਾਣ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪੁੱਤਰ ਬਣਾਇਆ ਸੀ ਇਹਨੂੰ। ਚੌਥੀ ਜੰਗ ਕਰਤਾਰਪੁਰ ਦੀ ਜੰਗ ਜਿਹੜੀ ਸੀ ਨਾ, ਉਹਦੇ ਅੰਦਰ ਗੁਰੂ ਸਾਹਿਬ ਦੇ ਵਿਰੁੱਧ ਹੋ ਕੇ ਲੜਿਆ ਸੀ। ਚੌਥੀ ਜੰਗ ਦੇ ਅੰਦਰ ਤੇ ਮਨ ਦੇ ਅੰਦਰ ਇਹ ਸੀ ਕਿ ਪਹਿਲੀਆਂ ਦੋ ਜੰਗਾਂ ਮੈਂ ਜਿਤਾਈਆਂ, ਤੀਜੀ ਜੰਗ ਵਿੱਚ ਮੈਂ ਕਿਸੇ ਪਾਸੇ ਵੀ ਨਹੀਂ ਸੀ, ਪਰ ਚੌਥੀ ਜੰਗ ਵਿੱਚ ਮੈਂ ਜਿਸ ਪਾਸੇ ਹੋਵਾਂਗਾ ਉਹ ਜਿੱਤੇਗਾ।
रल गया सी दुश्मन नाल, मुगलों के नाल। सूरमा इन्ना कुछ गुरु साहब ने पुत्र बनाया सी अपना। देखो सूरमा इन्ना कुछ सी, घोड़े दे थल्ले वड़ के ते असवार समेत घोड़े नूं चक के मारदा सी, पलटा के मारदा सी। जदों आमने सामने होया ना गुरु हरगोबिंद साहब के प्यो पुत्र दा जंग है, गुरु साहब ने बोल आखे सन, बहिंदे खां वार कर, पहला कीता खाली, दूजा कीता खाली, तीजी वार गुरु साहब ने आख्या तेरे मन में चाह ही ना किते रह जाए कि मैनू मौका ही नहीं मिलिया, तीजा वार कीता वो भी खाली। हुण उहनूं पता है कि मेरे 3 वार खाली गए, पर गुरु हरगोबिंद साहब का मैं एक वार भी नहीं झल सकांगा। मन च हंकार है कि कर परबत पंख हलै ना हलाएंगे, कि मैं भी नहीं हिलांगा मैदाने जंग तो। पर यह भी पता है कि जिहड़ा सामने खड़ा वो भी मेरा प्यो है, प्यो प्यो ही हुंदा है, असलीयत है। हुण जदों इनू पता लगा मैं 3 कर लए ने, हुण चलाकी वरती, घोड़े दे थल्ले वड़ के ना गुरु साहब दे समेत सुहेले घोड़े नू पलटाउणा चाहुंदा सी। जदों भज के आया तो गुरु साहब के हत्थ विच ढाल सी, ते ढाल सिर विच मारी ते धड़म कर, एक ढाल दा वार ही नहीं सहार सकिया। खैर मैं तां बेनती कर रहा कि जिन्हां दे मन दे अंदर ये हौमे है ना, वो किसी काम दे भी नहीं। पर एक गल है, जिन्हां दे मन दे अंदर प्रेम है, जिन्हां दे मन दे अंदर भावना है, वो फिर भाई बचित्तर सिंह वर्गे गुरु के अगे हाथ जोड़ के ना, गुरु तो रहमतां लैके वो मसते हुए हाथियों नूं भी हराउण दी समर्था उन्हां दे अंदर आ जाती है। पर गुरु दियां बख्शिशां, सिख धर्म रहमत ते बख्शिश तो बिना नहीं। इत्थे अज जिहड़े बोल कहे ना, आखिया सुध सिपाह, सिपाही सोधे हुए सिपाही, जिहड़े अपने काम दे अंदर निपुण ने, प्रवीण ने, एक्सपर्ट हैं जिहड़े। फिर मेरे पातशाह ने आख्या दुरंत दबाह, दुर अंत, इहदा अर्थ किया गया जिहड़े जिते ना जा सकन। बलवान भी बड़े ने, प्रवीण भी बड़े ने, अजित ने, जिन्हां नूं जित्या नहीं जा सकदा। सो साज सनाह, तन ते साज के सनाह, संजो, संजा सनाह कहते हैं संजो नूं। तन दे उपर संजो एक लोहे की पोशाक हुंदी है, जिहदे विचों तलवार जां इहदा वार नहीं हुंदा। हुण सिर ते भी फिर टोप लैन लग पे सन भी दुश्मन का वार ना चले। आखिया अपने तन दे उपर संजो सजा के दुरजान दलेंगे, जिहड़े वैरियां नूं, दुरजान दुश्मन नूं, वैरी नूं दलदे ने, नाश करदे ने। भारी गुमान भरे मन में, कहते उन्हां दे गुरु गोबिंद सिंह ने आख्या उन्हां दे मन दे अंदर अपनी बहादरी का इन्ना कु गुमान भरिया है। वो सोचते ने कर परबत पंख हले, कि पहाड़ ते पर पंख ला के, खंभ ला के उड़ के जा सकते ने, ना हलाएंगे, पर सानू कोई मैदाने जंग विचों एक कदम भी नहीं हिला सकता। भारी गुमान भरे मन में, इन्ने गुमान उन्हां दे मन दे अंदर हंकार भरिया पिया। फिर मेरे पातशाह ने आख्या तोर अरीन, अरीन अर वैरी, जिहड़े वैरियां दा नाश करन वाले हैं। मरोर मवासन आकी, जिहड़े मरोर दा अर्थ हुंदा है मरोड़ना, धौण नूं मरोड़ना जिहड़ा शब्द है, जिहड़े अपने वैरियां दियां, आकीयां दियां, दुश्मन दियां धौणां मरोड़न दे समर्थ ने, भाव उन्हां नूं हराउण दे, खत्म करन दे, मारन दे समर्थ हन। कहंदे तोर अरीन मरोर मवासन, माते मतंगन मान मलैंगे, माते मस्ते मतंग हाथी मान, मस्ते हुए हाथियों का मान भी मल देने वाले जिहड़े ने, इन्ने वड्डे सूरमे, इहो जिहे सिपाही, भाव हाथियों की परवाह भी नहीं करते, किसी की परवाह नहीं। पर गुरु साहब ने आख्या फिर की हो गया जे ना कुछ है तो किड्डी वड्डी गल है, समझ लै श्री पत श्री भगवान कृपा बिन, जे एक कृपा हुई सी ना उहदे उपर भाई बचित्तर सिंह ते, एक कृपा ही हुई सी ना महंत कृपाल ते, बिना कृपा तो कुछ नहीं। जे कहंदे गुरु साहब ने आख्या श्रीपत श्री भगवान कृपा बिन त्याग जहान निदान चलेंगे, जे उस परमात्मा दी, भगवान दी, वाहिगुरु दी कृपा नहीं, उहदी कृपा हासिल ना कर सके
फिर एक गल ये है, जहान त्याग के तो सब नहीं जाना है, इन्ना कोई वखरा नहीं जाना। जे असीं कहीए कि इन्हां दे वास्ते गुरु साहब ने कोई वखरे शब्द कहे हन, जहान नूं त्याग के सब ने भी जाना। रा ना राओ ना को ना है, रंग ना तुंग फकीर, वारी आपो अपनी सब ने जाना है, अपनी अपनी वारी सब। पर एक गल है, एक है जिहड़ा गुरमुख जन्म सवार वो चलिया है, एक अपना सब कुछ जो कोल सी वो भी गवा के गया, जाना सब ने है। पर गुरु साहब ने आख्या कि इन्ना बहादुर होने के बावजूद जे परमात्मा की कृपा रहमत हासिल ना की तो एक दिन खाली ही जाना पएगा। असलीयत है, कुछ भी पल्ले नहीं। हाँ, पापां दा भार जरूर नाल लैके चले जावांगे, पापां दा बोझ लैके नाल चले जावांगे, ये गल पक्की है। परमात्मा की रहमत हासिल ना की, रहमत मिल गई तो परमात्मा के कोल ही चले जावांगे, तो नहीं तो फिर पापां दा बोझ उन्होंने सिर ते रख के लैके जावांगे। अज मेरे पातशाह ने समझाया कि भलिया इन्ना कुछ होने के बावजूद भी समझ लै परमात्मा की कृपा हासिल करनी बहुत ज़रूरी है। सो सतगुरु रहमत करन। इन्नियां को बेनतियां अज प्रवान होइयां, बेअंत बेअंत भुल्लां दी खिमा। सतगुरु सच्चे पातशाह ते आप सरबत संगत बख्शनहार हो। करो गुरफतेह दी सांझ। वाहिगुरु जी का खालसा, वाहिगुरु जी की फतेह।